ਦੋਸਤੋ ਅਮਰੀਕਨ ਇਮੀਗ੍ਰੇਸ਼ਨ ਨੇ ਜਿਹੜੀਆਂ ਨਵੀਆਂ ਐਡਜਸਟਮੈਂਟ ਆਫ ਸਟੇਟਸ ਦੀਆਂ ਗਾਈਡਲਾਈਨਸ ਦਿੱਤੀਆਂ ਨੇ ਉਹਦੇ ਵਾਸਤੇ ਉਹਨਾਂ ਨੇ ਇੱਕ 6 ਸਫ਼ਿਆਂ ਦਾ ਡਿਟੇਲ ਤਫਸੀਲੀ ਮੈਮੋ ਜਾਰੀ ਕਰ ਦਿੱਤਾ ਹੈ। ਤੁਹਾਡੇ ਭਰਾ ਨੇ ਉਹ ਮੈਮੋ ਪੜ੍ਹ ਲਿਆ, ਉਹ ਮੈਂ ਇੱਥੇ ਲਾ ਵੀ ਦਾਂਗਾ, ਇੰਗਲਿਸ਼ ਵੀ ਲਾ ਦਿਆਂਗਾ, ਹਿੰਦੀ 'ਚ ਵੀ ਲਾ ਦਿਆਂਗਾ, ਉਰਦੂ 'ਚ ਵੀ ਲਾ ਦਿਆਂਗਾ ਆਪਣੇ ਫੇਸਬੁੱਕ ਪੇਜ ਤੇ ਇਸ ਵੀਡੀਓ ਤੋਂ ਬਾਅਦ, ਤਾਂ ਕਿ ਤੁਸੀਂ ਸਾਰੇ ਵੀ ਪੜ੍ਹ ਸਕੋ। ਉਹਦੇ 'ਚ ਹੁਣ ਇੱਕ ਬੜੀ ਉਮੀਦ ਦੀ ਕਿਰਨ, ਇੱਕ ਬੜੀ ਅੱਛੀ ਚੀਜ਼ ਹੈ, ਉਹ ਹੈ ਸਫ਼ਾ ਨੰਬਰ 6 ਤੇ ਆਖਰੀ ਸਫ਼ੇ ਤੇ 6 ਸਫ਼ਿਆਂ ਦਾ ਇਹ ਪੂਰਾ ਮੈਮੋ ਹੈ। ਤੇ ਆਖਰੀ ਸਫ਼ੇ ਦੇ ਐਂਡ ਦੇ ਉੱਤੇ ਉਹਨੇ ਕਿਹਾ ਕਿ ਅਸੀਂ ਮਜ਼ੀਦ ਗਾਈਡਲਾਈਨਸ ਵੀ ਲਿਆ ਸਕਨੇ ਆ, ਜਿਹਦੇ ਮੁਤਾਬਕ ਉਸ ਗਾਈਡਲਾਈਨ ਤੋਂ ਬਾਅਦ ਵੀਜ਼ਾ ਅਫਸਰ ਵਾਸਤੇ ਹੋਰ ਆਸਾਨੀ ਹੋਏਗੀ ਕਿ ਕਿਹਨੂੰ ਅਸੀਂ ਐਡਜਸਟਮੈਂਟ ਆਫ ਸਟੇਟਸ ਦੇਣਾ ਹੈ, ਕਿਹਨੂੰ ਨਹੀਂ ਦੇਣਾ। ਇਹ ਇੱਕ ਬੜੀ ਅੱਛੀ ਗੱਲ ਹੈ। ਉਹ ਅੱਛੀ ਗੱਲ ਕਿਉਂ ਹੈ ਕਿ ਜਿਹੜਾ ਪਿਛਲੇ 48 ਘੰਟਿਆਂ ਤੋਂ ਮੁਸੀਬਤ ਬਣੀ ਪਈ ਸਾਡੇ ਵਾਸਤੇ, ਸਾਰੇ ਮੁਸੀਬਤ ਹੀ ਹੈ ਨਾ ਸਾਡੇ ਵਾਸਤੇ, ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਹਨੂੰ ਮਿਲਣਾ ਹੈ, ਕਿਹਨੂੰ ਨਹੀਂ ਮਿਲਣਾ, ਕਿਸ ਬੁਨਿਆਦ ਤੇ ਮਿਲਣਾ ਹੈ। ਅਗਰ ਮਜ਼ੀਦ ਗਾਈਡਲਾਈਨਸ ਆ ਜਾਣਗੀਆਂ ਤੇ ਇਹ ਜਿਹੜੀ ਟੈਨਸ਼ਨ ਹੈ ਇਹ ਖਤਮ ਹੋ ਜਾਏਗੀ। ਟੈਨਸ਼ਨ ਕੀ ਹੈ ਕਿ ਯਾਰ F1 ਵਾਲੇ ਨੂੰ ਮਿਲਣਾ ਹੈ, H1B ਵਾਲੇ ਨੂੰ ਮਿਲਣਾ ਹੈ, ਸਪਾਊਸ ਨੂੰ ਮਿਲਣਾ ਹੈ, ਪੈਰੈਂਟਸ ਨੂੰ ਮਿਲਣਾ ਹੈ। ਮਜ਼ੀਦ ਗਾਈਡਲਾਈਨਸ ਇਹ ਚੀਜ਼ਾਂ ਨੂੰ ਕਲੀਅਰ ਕਰ ਸਕਦੀਆਂ ਨੇ। ਸਾਡੇ ਵਾਸਤੇ ਵੀ ਕਲੀਅਰ ਹੋਏਗਾ, ਆਵਾਮ ਵਾਸਤੇ ਵੀ, ਔਰ ਨਾਲ ਵੀਜ਼ਾ ਅਫਸਰ ਵਾਸਤੇ ਵੀ ਕਲੀਅਰ ਹੋਏਗਾ। ਲਫ਼ਜ਼ ਉਹਨਾਂ ਨੇ ਵੀਜ਼ਾ ਅਫਸਰ ਵਾਸਤੇ ਹੀ ਕਿਹਾ ਹੈ ਕਿ ਅਸੀਂ ਆਪਣੇ ਅਫੀਸਰ ਨੂੰ ਮਜ਼ੀਦ ਗਾਈਡਲਾਈਨਸ ਦੇਵਾਂਗੇ ਤਾਂ ਕਿ ਉਹਦੇ ਵਾਸਤੇ ਫੈਸਲਾ ਕਰਨਾ ਆਸਾਨ ਹੋਏ। ਲੇਕਿਨ ਤੁਹਾਨੂੰ ਪਤਾ ਇਹ ਪਬਲਿਕ ਮੈਮੋਰੈਂਡਮ ਹੁੰਦੇ ਨੇ ਜਿਹੜੇ ਮੈਂ ਹੁਣ ਅੱਜ ਵੀ ਲਾ ਰਿਹਾ ਤੇ ਅਗਲਾ ਵੀ ਜਿਹੜਾ ਆਏਗਾ ਉਹ ਵੀ ਲਾਵਾਂਗੇ। ਉਹ ਸਾਡੇ ਵਾਸਤੇ ਹੁੰਦੇ ਨੇ, ਅਸੀਂ ਉਹਨੂੰ ਪੜ੍ਹ ਸਕਨੇ ਆ, ਉਹਨੂੰ ਦੇਖ ਸਕਨੇ। ਅਗਰ ਤੁਹਾਨੂੰ ਸਮਝ ਨਾ ਆਏ ਤੁਸੀਂ ਵਕੀਲ ਕੋਲ ਉਹਦਾ ਤਰਜਮਾ ਵੀ ਕਰਵਾ ਸਕਦੇ ਹੋ, ਤੁਹਾਡੇ ਵਾਸਤੇ ਬਿਹਤਰ ਹੈ। ਲੇਕਿਨ ਇਹ ਹੁੰਦੇ ਸਾਡੇ ਵਾਸਤੇ ਨੇ ਤੇ ਮਜ਼ੀਦ ਅਗਰ ਆ ਗਿਆ ਤੇ ਸਾਨੂੰ ਹੋਰ ਸਮਝਣਾ ਆਸਾਨ ਹੋਏਗਾ। ਇਹ ਮੈਮੋ ਜਦੋਂ ਤੁਸੀਂ ਪੜ੍ਹੋਗੇ ਨਾ ਉਹਦੇ 'ਚ ਉਹਨੇ ਬਹੁਤ ਸਾਰੀਆਂ ਚੀਜ਼ਾਂ ਤਫਸੀਲ ਨਾਲ ਦੱਸੀਆਂ ਨੇ ਕਿ ਹਰ ਚੀਜ਼ ਤੁਹਾਨੂੰ ਕਲੀਅਰ ਹੋ ਜਾਏਗੀ ਇਹਦੇ ਪਿੱਛੇ ਬੈਕਗਰਾਉਂਡ ਕੀ ਹੈ। ਇੱਕ ਗੱਲ ਉਹਨਾਂ ਨੇ ਬੜੀ ਇੰਪੋਰਟੈਂਟ ਹੋਰ ਕਹੀ ਹੈ ਕਿ ਇਹ ਜਿਹੜਾ ਅਸੀਂ ਤੁਹਾਨੂੰ ਐਡਜਸਟਮੈਂਟ ਆਫ ਸਟੇਟਸ ਦਿੰਦੇ ਆ ਨਾ, ਇਹ ਤੁਹਾਨੂੰ ਇਹ ਗਲੋਰੀ ਹੈ, ਇਹ ਤੁਹਾਨੂੰ ਅਸੀਂ ਇੱਕ ਅਜ਼ਾਜ਼ ਦਿੰਦੇ ਆ, ਇੱਕ ਤੁਹਾਨੂੰ ਸਮਝੋ ਬੜੀ ਇੱਜ਼ਤ ਦਿੰਦੇ ਆ। ਦੂਜੇ ਲਫ਼ਜ਼ਾਂ 'ਚ, ਆਸਾਨ ਲਫ਼ਜ਼ਾਂ 'ਚ ਬੇਸਿਕਲੀ ਤੁਹਾਨੂੰ ਗ੍ਰੀਨ ਕਾਰਡ ਮਿਲ ਰਿਹਾ ਹੈ। ਤੁਸੀਂ ਆਪਣੇ ਮੁਲਕ ਦੇ ਵਿੱਚੋਂ, ਆਪਣੇ ਐਮਬੈਸੀ ਦੇ ਵਿੱਚੋਂ, ਸਟੇਟ ਡਿਪਾਰਟਮੈਂਟ ਦੇ ਅੰਡਰ ਆਪਣਾ ਸਾਰਾ ਪ੍ਰੋਸੈਸ ਕਰਕੇ ਆਓ। ਤੁਸੀਂ ਕਹਿੰਦੇ ਹੋ ਨਹੀਂ ਯਾਰ ਮੈਂ ਤੇ ਆਲਰੇਡੀ ਅਮਰੀਕਾ 'ਚ ਹੈਗਾ ਵਾਂ ਜਾਂ ਆ ਗਿਆ ਵਾਂ, ਹੁਣ ਮੈਨੂੰ ਐਡਜਸਟਮੈਂਟ ਆਫ ਸਟੇਟਸ ਦੇ ਦੇ। ਉਹ ਕਹਿੰਦੇ ਕਿ ਮੈਂ ਦਾਂਗਾ, ਮੇਰਾ ਕਾਨੂੰਨ ਹੈ, ਮੈਨੂੰ ਕਾਂਗਰਸ ਨੇ ਸਾਰੀ ਗੱਲ ਕਹੀ ਹੈ, ਲੇਕਿਨ ਕਿਹਨੂੰ ਦੇਣਾ ਜਾਂ ਨਹੀਂ ਦੇਣਾ ਉਹ ਹੁਣ ਫੈਸਲਾ ਹੋਏਗਾ। ਉੱਤੇ ਗਾਈਡਲਾਈਨ ਆਈਆਂ ਨੇ। ਮੈਂ ਕੋਈ ਨਵਾਂ ਕਾਨੂੰਨ ਨਹੀਂ ਬਣਾ ਰਿਹਾ, ਮੈਂ ਉਸੇ ਕਾਨੂੰਨ ਨੂੰ ਐਕਸਪਲੇਨ ਕਰ ਰਿਹਾ ਵਾਂ ਔਰ ਸਖਤੀ ਨਾਲ ਇੰਪਲੀਮੈਂਟ ਕਰ ਰਿਹਾ। ਤੇ ਇਸ ਵਾਸਤੇ ਤੁਸੀਂ ਇਹਨੂੰ ਇੱਕ ਆਜ਼ਾਦ ਸਮਝੋ ਕਿ ਜੇ ਮੈਂ ਤੁਹਾਨੂੰ ਐਡਜਸਟਮੈਂਟ ਆਫ ਸਟੇਟਸ ਦੇਣਾ ਵਾ। ਇਹ ਨਵੀਆਂ ਗਾਈਡਲਾਈਨ ਅਗਰ ਆ ਜਾਣ, ਸਾਡੀ ਦੁਆ ਹੈ ਕਿ ਜਲਦ ਤੋਂ ਜਲਦ ਆਣ, ਕਿਉਂਕਿ ਮੈਂ ਹੁਣ ਪਿਛਲੇ 48 ਘੰਟੇ ਤੋਂ ਜਿੱਥੇ ਜਾ ਰਿਹਾ, ਜਿਹਦੇ ਨਾਲ ਫੋਨ ਤੇ ਗੱਲ ਕਰ ਰਿਹਾ, ਜਿਹੜਾ ਮੈਸੇਜ ਆ ਰਿਹਾ ਸਿਰਫ ਐਡਜਸਟਮੈਂਟ ਆਫ ਸਟੇਟਸ ਹੈ। ਹੁਣ ਉਹਦੀ ਵਜ੍ਹਾ ਹੈ, ਮੈਂ ਤੁਹਾਨੂੰ ਇੱਕ ਨੰਬਰ ਦੱਸਣ ਲੱਗਾ। ਨੰਬਰ ਕੀ ਹੈ ਕਿ ਇਸ ਟਾਈਮ 12.5 ਲੱਖ ਐਡਜਸਟਮੈਂਟ ਆਫ ਸਟੇਟਸ ਪੈਂਡਿੰਗ ਹੈ। 12.5 ਲੱਖ ਔਰ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਲਾਈਨ 'ਚ ਲੱਗੇ ਨੇ ਲੈਣ ਵਾਸਤੇ। ਤੇ ਇਹ ਇੱਕ ਬੜਾ ਵੱਡਾ ਕੰਮ ਹੁੰਦਾ ਐਡਜਸਟਮੈਂਟ ਆਫ ਸਟੇਟਸ। ਬਹੁਤ ਸਾਰੇ ਲੋਕ ਇਹਨੂੰ ਅਪਲਾਈ ਕਰਦੇ ਨੇ, ਇਸ ਵਾਸਤੇ ਸਾਰੇ ਪਰੇਸ਼ਾਨ ਨੇ। ਸੌਰੀ, ਮੈਨੂੰ ਬਾਰ-ਬਾਰ ਵੀਡੀਓ ਰੋਕਣੀ ਪੈ ਰਹੀ, ਮੈਨੂੰ ਖਾਂਸੀ ਲੱਗੀ। ਖੈਰ, ਤੇ ਉਹਦੀ ਵਜ੍ਹਾ ਨਾਲ ਜਦੋਂ ਇਹ ਗਾਈਡਲਾਈਨਸ ਆ ਜਾਣਗੀਆਂ ਤੇ ਬਹੁਤ ਸਾਰੇ ਲੋਕਾਂ ਵਾਸਤੇ ਆਸਾਨੀ ਹੋ ਜਾਏਗੀ। ਆਸਾਨੀ ਕਿਸ ਨਾਲ ਹੋ ਜਾਏਗੀ? ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਅਗਰ ਗਾਈਡਲਾਈਨਸ ਆ ਜਾਣ ਕਿ ਬਈ ਇਹਨੂੰ ਫਲਾਣੇ ਕੈਟੇਗਰੀ ਨੂੰ ਦੇਣਾ ਹੈ, ਫਲਾਣੇ ਨੂੰ ਨਹੀਂ ਦੇਣਾ। ਅਗਰ ਫਲਾਣੇ ਨੂੰ ਦੇਣਾ ਤੇ ਕਿਸ ਬੇਸ ਤੇ ਦੇਣਾ ਹੈ, ਫਲਾਣੇ ਨੂੰ ਨਹੀਂ ਦੇਣਾ ਤੇ ਕਿਸ ਬੇਸ ਤੇ ਨਹੀਂ ਦੇਣਾ। ਇੱਕ ਡਿਟੇਲ ਅਗਰ ਆ ਜਾਏ ਤੇ ਬੜਾ ਅੱਛਾ ਹੋ ਜਾਏਗਾ। ਇਹਦਾ ਉਹਨਾਂ ਨੇ ਇਸ਼ਾਰਾ ਤੇ ਕਰ ਦਿੱਤਾ ਹੈ। ਇਹਦੇ ਨਾਲ ਫਿਰ ਕੀ ਫਾਇਦਾ ਹੋਏਗਾ ਕਿ ਤੁਸੀਂ ਆਪਣਾ ਟਾਈਮ, ਪੈਸਾ, ਆਪਣਾ ਸਾਰਾ ਕੁਝ, ਆਪਣੀ ਇੱਕ ਜਿਹੜੀ ਇੱਕ ਉਮੀਦ ਹੁੰਦੀ ਉਹਨੂੰ ਜ਼ਾਇਆ ਨਹੀਂ ਕਰੋਗੇ। ਤੁਸੀਂ ਫਿਰ ਆਪਣੇ ਮੁਲਕ ਜਾਓਗੇ, ਉੱਥੋਂ ਜਾ ਕੇ ਅਪਲਾਈ ਕਰੋਗੇ ਜਾਂ ਆਓਗੇ ਹੀ ਨਹੀਂ ਇੱਥੇ ਆਰਜ਼ੀ ਵੀਜ਼ੇ ਤੇ, ਆਪਣੇ ਮੁਲਕੋਂ ਹੀ ਗ੍ਰੀਨ ਕਾਰਡ ਲੈ ਕੇ ਆਓਗੇ। ਤੇ ਇਹਦੇ ਨਾਲ ਕਾਫੀ ਸਾਰਾ ਤੁਹਾਨੂੰ ਪਤਾ ਟੈਨਸ਼ਨ ਰਿਲੀਜ਼ ਹੋ ਜਾਏਗੀ ਅਗਰ ਗਾਈਡਲਾਈਨ ਆ ਜਾਣ। ਦੁਆ ਹੈ ਕਿ ਜਲਦ ਤੋਂ ਜਲਦ ਆਣ ਤਾਂ ਕਿ ਮਾਮਲਾ ਕਲੀਅਰ ਹੋਵੇ। ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ ਔਰ ਜਿਹੜਾ ਮੈਂ ਮੈਮੋ ਹੁਣ ਇੱਥੇ ਲਾਵਾਂਗਾ ਉਹਨੂੰ ਤਫਸੀਲ ਨਾਲ ਪੜ੍ਹ ਲੈਣਾ। ਕੋਈ ਚੀਜ਼ ਸਮਝ ਨਾ ਆਏ ਤੇ ਮੈਸੇਜ ਕਰ ਦੇਣਾ। ਥੈਂਕ ਯੂ।